ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵੇਂ ਅੰਦਾਜ਼ ਦੇ ਨਾਲ ਇੱਕ ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਏਗੀ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਸਭ ਤੋਂ ਪਹਿਲਾਂ ਸਾਡੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ। ਸੋ ਅੱਜ ਤੁਸੀਂ ਸੁਣੋਗੇ ਮੇਰੇ ਦੁਆਰਾ ਲਿਖੀ ਹੋਈ ਕਹਾਣੀ ਖੁਦਾ ਕਰੇ ਅਗਲੇ ਜਾਮੇ। ਨੂਰਾ ਛੇਤੀ ਕਰ, ਅਸੀਂ ਪਹਿਲੋਂ ਹੀ ਲੇਟ ਹਾਂ। ਨੂਰਾ ਦੀ ਛੋਟੀ ਭੈਣ ਨਜ਼ਮਾ ਬੂਹੇ ਅੱਗੇ ਖਲੋਤੀ ਉੱਚੀ ਉੱਚੀ ਆਵਾਜ਼ਾਂ ਮਾਰ ਰਹੀ ਸੀ। ਆ ਤਾਂ ਰਹੀ ਆ, ਕਿਉਂ ਚੀਕ ਰਹੀ ਏ? ਅੱਗੋਂ ਨਜ਼ਮਾ ਨੂੰ ਜਵਾਬ ਮਿਲਿਆ। ਕੱਪੜੇ ਦੇ ਬਣੇ ਥੈਲੇ ਵਿੱਚ ਆਪਣੀਆਂ ਕਿਤਾਬਾਂ ਪਾ ਕੇ ਨੂਰਾ ਸਾਹੋ ਸਾਹ ਹੋਈ ਬੂਹੇ ਵੱਲ ਨੂੰ ਵਧੀ। ਨੂਰਾ ਪੰਜਵੀਂ ਤੇ ਉਸਦੀ ਛੋਟੀ ਭੈਣ ਤੀਜੀ ਜਮਾਤ ਵਿੱਚ ਘਰ ਤੋਂ ਥੋੜ੍ਹੀ ਦੂਰ ਇੱਕ ਮਸੀਤ ਵਿੱਚ ਪੜ੍ਹਨ ਜਾਂਦੀਆਂ ਸੀ ਤੇ ਉਹਨਾਂ ਦਿਨਾਂ ਵਿੱਚ ਬਹੁਤ ਘੱਟ ਲੋਕ ਸੀ ਜੋ ਪੜ੍ਹਾਈ ਲਿਖਾਈ ਦੇ ਹੱਕ ਸੀ, ਖਾਸ ਕਰਕੇ ਲੜਕੀਆਂ ਦੀ। ਪਰ ਨੂਰਾ ਦੇ ਅੱਬਾ ਜਾਨ ਖੁਦ ਪੜ੍ਹੇ ਲਿਖੇ ਨੌਕਰੀ ਪੇਸ਼ਾ ਸੀ, ਇਸ ਲਈ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਬੱਚੇ ਵੀ ਚੰਗੀ ਤਾਲੀਮ ਹਾਸਲ ਕਰਨ। ਪਰ ਉਹਨਾਂ ਦੇ ਪਿੰਡ ਬਦਰਪੁਰ ਵਿੱਚ ਸਿਰਫ 5 ਜਮਾਤਾਂ ਦੀ ਪੜ੍ਹਾਈ ਸੀ ਤੇ ਕੋਈ ਵਿਰਲਾ ਹੀ ਲਾਹੌਰ ਜਾ ਕੇ ਅੱਗੇ ਪੜ੍ਹਾਈ ਕਰਦਾ। ਉੱਪਰੋਂ ਦੇਸ਼ ਦੀ ਵੰਡ ਦਾ ਰੌਲਾ ਰੱਪਾ ਚੱਲ ਰਿਹਾ ਸੀ। ਇਹੋ ਜਿਹੇ ਹਾਲਾਤਾਂ ਵਿੱਚ ਸਭ ਸਹਿਮੇ ਹੋਏ ਸੀ, ਪਰ ਫਿਰ ਵੀ ਇਹਨਾਂ ਹਾਲਾਤਾਂ ਨੂੰ ਅਣਗੌਲਿਆਂ ਕਰ ਨੂਰਾ ਨੂੰ ਅੱਗੇ ਪੜ੍ਹਨ ਲਈ ਉਸਦੀ ਮਾਸੀ ਕੋਲ ਲਾਹੌਰ ਭੇਜ ਦਿੱਤਾ ਗਿਆ। ਨੂਰਾ ਪੜ੍ਹਨ ਲਈ ਲਾਹੌਰ ਦੇ ਸਰਕਾਰੀ ਵਿਦਿਆਲੇ ਵਿੱਚ ਜਾਣ ਲੱਗੀ। ਦਿਨ ਬੀਤਦੇ ਗਏ ਤੇ ਉੱਥੇ ਉਸਦੇ ਕਈ ਦੋਸਤ ਬਣੇ, ਜਿਨ੍ਹਾਂ ਵਿੱਚੋਂ ਇੱਕ ਸੀ ਜੈਦੇਵ, ਜਿਸ ਨੂੰ ਅਕਸਰ ਸਾਰੇ ਜੈ ਨਾਮ ਨਾਲ ਬੁਲਾਇਆ ਕਰਦੇ ਸੀ। ਨੂਰਾ ਦਾ ਕਾਫੀ ਚੰਗਾ ਦੋਸਤ ਬਣ ਗਿਆ। ਜੈਦੇਵ ਦਾ ਘਰ ਨੂਰਾ ਦੀ ਮਾਸੀ ਦੇ ਘਰ ਦੀ ਪਿਛਲੀ ਗਲੀ ਵਿੱਚ ਉਸੇ ਮੁਹੱਲੇ ਵਿੱਚ ਸੀ। ਸੋ ਇਮਤਿਹਾਨ ਦੇ ਦਿਨਾਂ ਵਿੱਚ ਉਹ ਪੜ੍ਹਨ ਲਈ ਅਕਸਰ ਹੀ ਨੂਰਾ ਦੇ ਘਰ ਆ ਜਾਇਆ ਕਰਦਾ। ਇਸ ਤਰ੍ਹਾਂ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗੇ। ਸਮਾਂ ਬੀਤਦਾ ਗਿਆ, ਉਹ ਦੋਨੇ ਇਕੱਠੇ ਪੜ੍ਹਨ ਜਾਂਦੇ ਤੇ ਵਾਪਸ ਆਉਂਦੇ। ਨੂਰਾ 3-4 ਮਹੀਨਿਆਂ ਪਿੱਛੋਂ ਆਪਣੇ ਪਿੰਡ ਜਾਂਦੀ ਤੇ ਕੁਝ ਕੁ ਦਿਨ ਰਹਿ ਕੇ ਵਾਪਸ ਆ ਜਾਂਦੀ। ਹੁਣ ਉਸਦਾ ਦਿਲ ਆਪਣੇ ਪਿੰਡ ਘੱਟ ਹੀ ਲੱਗਦਾ ਸੀ, ਕਿਉਂਕਿ ਜੈ ਤੇ ਨੂਰਾ ਇੱਕ ਦੂਜੇ ਨੂੰ ਕਾਫੀ ਪਸੰਦ ਕਰਨ ਲੱਗੇ ਸੀ ਤੇ ਉਹਨਾਂ ਦੀ ਇਹ ਦੋਸਤੀ ਕਦ ਪਿਆਰ ਵਿੱਚ ਬਦਲ ਗਈ, ਇਹ ਉਹਨਾਂ ਨੂੰ ਵੀ ਪਤਾ ਨਹੀਂ ਲੱਗਾ। ਤੇ ਜਦ ਦੋਹਾਂ ਦੇ ਇਸ ਰਿਸ਼ਤੇ ਬਾਰੇ ਨੂਰਾ ਦੀ ਮਾਸੀ ਨੂੰ ਪਤਾ ਲੱਗਾ ਤਾਂ ਦੋਹਾਂ ਦਾ ਇਕੱਠੇ ਆਉਣਾ ਜਾਣਾ ਬੰਦ ਹੋ ਗਿਆ। ਹੁਣ ਸਿਰਫ ਉਹ ਕਲਾਸ ਵਿੱਚ ਹੀ ਇਕੱਠੇ ਹੁੰਦੇ ਤੇ ਦੋਹਾਂ ਦੀ ਗੱਲਬਾਤ ਵੀ ਘੱਟ ਹੀ ਹੁੰਦੀ। ਦੂਜੇ ਪਾਸੇ ਦੇਸ਼ ਦੀ ਵੰਡ ਦਾ ਮੁੱਦਾ ਪੂਰਾ ਭਖਿਆ ਹੋਇਆ ਸੀ। ਕੋਈ ਕੁਛ ਬੋਲ ਰਿਹਾ ਸੀ ਤੇ ਕੋਈ ਕੁਛ। ਅਸਲ ਕਹਾਣੀ ਜਾਂ ਤਾਂ ਕੁਝ ਪੜ੍ਹੇ ਲਿਖੇ ਸੂਝਵਾਨ ਲੋਕਾਂ ਨੂੰ ਪਤਾ ਸੀ ਤੇ ਜਾਂ ਲੀਡਰਾਂ ਨੂੰ। ਬਾਕੀ ਆਮ ਲੋਕ ਸੁਣੀਆਂ ਸੁਣਾਈਆਂ ਗੱਲਾਂ ਨੂੰ ਸੱਚ ਮੰਨ ਕੇ ਸਹਿਮੇ ਹੋਏ ਸੀ ਤੇ ਅਖਬਾਰਾਂ ਵਾਲੇ ਚੰਗੇ ਮਸਾਲੇ ਲਾ ਕੇ ਖਬਰਾਂ ਛਾਪ ਰਹੇ ਸੀ। ਪਰ ਹਾਂ, ਇੱਕ ਗੱਲ ਤਾਂ ਪੱਕੀ ਸੀ ਕਿ ਹਿੰਦੁਸਤਾਨ ਦੀ ਵੰਡ ਕੀਤੀ ਜਾਏਗੀ। ਇਸ ਸਭ ਦੇ ਦੌਰਾਨ ਨੂਰਾ ਦੇ ਪਰਿਵਾਰ ਦੀ ਕੋਸ਼ਿਸ਼ ਸੀ ਕਿ ਉਹ ਕਿਵੇਂ ਨਾ ਕਿਵੇਂ ਲਾਹੌਰ ਤੋਂ ਸਹੀ ਸਲਾਮਤ ਬਸ ਇੱਕ ਵਾਰ ਆਪਣੇ ਘਰ ਵਾਪਸ ਆ ਜਾਵੇ। ਪਰ ਨੂਰਾ ਦਾ ਮਨ ਤਾਂ ਲਾਹੌਰ ਰਹਿਣ ਦਾ ਹੀ ਸੀ। ਨੂਰਾ ਦੇ ਅੱਬਾ ਨੇ ਉਸਦੀ ਮਾਸੀ ਵੱਲ ਕਈ ਸੁਨੇਹੇ ਭੇਜੇ, ਪਰ ਨੂਰਾ ਹਰ ਵਾਰ ਇਹ ਕਹਿ ਕੇ ਟਾਲ ਦਿੰਦੀ ਕਿ ਇਹ ਘਰ ਵੀ ਤਾਂ ਮੇਰਾ ਆਪਣਾ ਹੀ ਆ। ਇਹ ਸੁਣ ਕੇ ਉਸਦੀ ਮਾਸੀ ਖਾਮੋਸ਼ ਹੋ ਜਾਂਦੀ ਤੇ ਨੂਰਾ ਆਪਣੀ ਇੱਥੇ ਰਹਿਣ ਦੀ ਗੱਲ ਮਨਵਾ ਕੇ ਮਨ ਹੀ ਮਨ ਵਿੱਚ ਬਹੁਤ ਖੁਸ਼ ਹੁੰਦੀ।
ਇਸੇ ਤਰ੍ਹਾਂ ਕਈ ਹਫ਼ਤੇ ਬੀਤ ਗਏ, ਪਰ ਨੂਰਾ ਦੀ ਇਹ ਖੁਸ਼ੀ ਉਸ ਵਕਤ ਉਦਾਸੀ ਦੇ ਆਲਮ ਵਿੱਚ ਬਦਲ ਗਈ ਜਦ ਉਸ ਦੇ ਅੱਬਾ ਉਸ ਨੂੰ ਆਪਣੇ ਨਾਲ ਲਿਜਾਣ ਲਈ ਲਾਹੌਰ ਆ ਪੁੱਜੇ। ਇੱਕ ਦਿਨ ਲਾਹੌਰ ਮਾਸੀ ਦੇ ਘਰ ਰਹਿਣ ਪਿੱਛੋਂ ਅਗਲੇ ਦਿਨ ਸਵੇਰੇ ਪਿੰਡ ਲਈ ਰਵਾਨਾ ਹੋਣਾ ਸੀ, ਪਰ ਇੱਥੋਂ ਜਾਣ ਤੋਂ ਪਹਿਲਾਂ ਨੂਰਾ ਇੱਕ ਵਾਰ ਜੈ ਨੂੰ ਮਿਲਣਾ ਚਾਹੁੰਦੀ ਸੀ ਤੇ ਮਾਹੌਲ ਖਰਾਬ ਹੋਣ ਕਰਕੇ ਬਾਹਰ ਆਉਣਾ ਜਾਣਾ ਬੰਦ ਹੋ ਚੁੱਕਾ ਸੀ। ਪਰ ਕਿਹੜੇ ਬਹਾਨੇ ਨਾਲ, ਇਹ ਨਹੀਂ ਸੀ ਪਤਾ। ਕਾਫੀ ਦੇਰ ਸੋਚਣ ਤੋਂ ਬਾਅਦ ਉਹ ਬੋਲੀ, ਅੱਬਾ ਕਿਉਂ ਨਾ ਵਾਪਸ ਪਿੰਡ ਜਾਣ ਤੋਂ ਪਹਿਲਾਂ ਮੈਂ ਆਪਣੀ ਸਹੇਲੀ ਨਾਲ ਦਰਗਾਹ ਹੋ ਆਵਾਂ। ਜ਼ਰੂਰ ਜਾਓ, ਪਰ ਇਹੋ ਜਿਹੇ ਮਾਹੌਲ ਵਿੱਚ ਤੁਸੀਂ ਦੋਨੋਂ ਲੜਕੀਆਂ ਨੂੰ ਬਾਹਰ ਭੇਜਣਾ ਮੁਨਾਸਿਬ ਨਹੀਂ। ਮੈਂ ਤੇ ਤੇਰੀ ਮਾਸੀ ਚੱਲਦੇ ਆਂ ਨਾਲ, ਨੂਰਾ ਦੇ ਅੱਬਾ ਨੇ ਕਿਹਾ। ਇੰਨਾ ਸੁਣ ਕੇ ਨੂਰਾ ਨੇ ਚੁੱਪ ਵੱਟ ਲਈ ਤੇ ਸੋਚਣ ਲੱਗੀ ਕਿ ਹੁਣ ਉਹ ਕਿਸ ਤਰ੍ਹਾਂ ਜੈ ਨੂੰ ਮਿਲ ਸਕੇਗੀ, ਕਿਉਂਕਿ ਉਹ ਨਾ ਤਾਂ ਕਿਸੇ ਦੇ ਹੱਥ ਜੈ ਵੱਲ ਸੁਨੇਹਾ ਭੇਜ ਸਕਦੀ ਸੀ ਤੇ ਨਾ ਹੀ ਖੁਦ ਜਾ ਸਕਦੀ ਸੀ। ਪਰ ਹੁਣ ਕੀ ਹੋ ਸਕਦਾ। ਫਿਰ ਵੀ ਆਪਣੇ ਦਿਲ ਨੂੰ ਤਸੱਲੀ ਜਿਹੀ ਦੇ ਕੇ ਤੇ ਉੱਠ ਕੇ ਤਿਆਰ ਹੋਣ ਲੱਗੀ ਤੇ ਉਹ ਸਾਰੇ ਜਣੇ ਇਕੱਠੇ ਹੋ ਕੇ ਦਰਗਾਹ ਵੱਲ ਨੂੰ ਚੱਲ ਪਏ। ਰਸਤੇ 'ਚ ਥੋੜ੍ਹੀ ਦੂਰ ਪਿਛਲੀ ਗਲੀ ਵਿੱਚ ਜੈ ਦੇ ਘਰ ਦੇ ਨੇੜੇ ਆ ਨੂਰਾ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਤੇ ਮਨ ਹੀ ਮਨ ਵਿੱਚ ਇਹੋ ਦੁਆ ਕਰ ਰਹੀ ਸੀ ਕਿ ਕਾਸ਼ ਮੈਂ ਜੈ ਨੂੰ ਇੱਕ ਵਾਰੀ ਦੇਖ ਲਵਾਂ। ਇਹ ਸੋਚਦੇ ਸੋਚਦੇ ਉਹ ਜੈ ਦੇ ਘਰ ਦੇ ਸਾਹਮਣੇ ਪਹੁੰਚ ਗਈ, ਪਰ ਅਫਸੋਸ ਉਸ ਦੀ ਇਹ ਦੁਆ ਕਬੂਲ ਨਾ ਹੋਈ। ਘਰ ਦਾ ਬੂਹਾ ਬੰਦ ਪਿਆ ਸੀ। ਚਲੋ ਅਖੀਰ ਸਭ ਦਰਗਾਹ ਪੁੱਜ ਗਏ ਤੇ ਵਾਪਸ ਪਰਤ ਆਏ, ਪਰ ਜੈ ਦੇ ਘਰ ਦਾ ਬੂਹਾ ਹਾਲੇ ਤੱਕ ਵੀ ਬੰਦ ਹੀ ਪਿਆ ਸੀ। ਘਰ ਵਾਪਸ ਪਰਤ ਨੂਰਾ ਉਦਾਸ ਮਨ ਨਾਲ ਗੁੰਮਸੁੰਮ ਹੋ ਕੇ ਵਾਪਸ ਜਾਣ ਲਈ ਆਪਣਾ ਸਮਾਨ ਪੈਕ ਕਰਨ ਲੱਗੀ ਤੇ ਉਸ ਦੇ ਕੋਲ ਬੈਠੀ ਉਸ ਦੀ ਸਹੇਲੀ ਅਰੂਜ਼ ਨੂਰਾ ਦੇ ਹਾਲ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਤੇ ਉਸਨੇ ਜਾਣ ਤੋਂ ਪਹਿਲਾਂ ਹੌਲੀ ਜਿਹੇ ਨੂਰਾ ਨੂੰ ਕਿਹਾ, ਤੂੰ ਫਿਕਰ ਨਾ ਕਰ, ਮੈਂ ਕਿਸੇ ਨਾ ਕਿਸੇ ਤਰ੍ਹਾਂ ਜੈ ਨੂੰ ਤੇਰੇ ਕੱਲ੍ਹ ਜਾਣ ਬਾਰੇ ਸੁਨੇਹਾ ਲਗਾ ਦਿਆਂਗੀ। ਅਜੇ ਉਹ ਬੋਲ ਹੀ ਰਹੀ ਸੀ ਕਿ ਨੂਰਾ ਨੇ ਭਰੀਆਂ ਅੱਖਾਂ ਨਾਲ ਉਸ ਨੂੰ ਗਲਵੱਕੜੀ ਪਾ ਲਈ। ਸ਼ਾਇਦ ਇਸ ਅਹਿਸਾਨ ਲਈ ਉਸ ਦਾ ਦਿਲ ਕਿੰਨਾ ਸ਼ੁਕਰਗੁਜ਼ਾਰ ਹੈ, ਉਸ ਦੇ ਮੂੰਹੋਂ ਸ਼ਬਦ ਨਹੀਂ ਸੀ ਨਿਕਲ ਰਹੇ। ਇਸ ਤੋਂ ਬਾਅਦ ਉਸ ਦੀ ਸਹੇਲੀ ਆਪਣੇ ਘਰ ਚਲੀ ਗਈ। ਨੂਰਾ ਨੂੰ ਕਾਫੀ ਸਕੂਨ ਮਿਲਿਆ, ਪਰ ਉਸ ਦੀ ਅੱਜ ਦੀ ਇਹ ਰਾਤ ਇਹੀ ਸੋਚਦੇ ਲੰਘ ਗਈ ਕਿ ਜੈ ਤੱਕ ਸੁਨੇਹਾ ਪਹੁੰਚ ਜਾਵੇ ਤੇ ਕੱਲ੍ਹ ਅਸੀਂ ਇੱਕ ਦੂਜੇ ਨੂੰ ਵੇਖ ਸਕੀਏ। ਫਿਰ ਪਤਾ ਨਹੀਂ ਕਿੰਨੇ ਹਫ਼ਤੇ ਜਾਂ ਸ਼ਾਇਦ ਕਿੰਨੇ ਮਹੀਨੇ ਬਾਅਦ ਮਿਲ ਸਕੀਏ। ਕਹਾਣੀ ਦਾ ਅਗਲਾ ਹਿੱਸਾ ਅਗਲੀ ਵੀਡੀਓ ਦੇ ਵਿੱਚ। ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਧੰਨਵਾਦ ਜੀ।